सब तो पहला थोड़ा सारिਆਂ ਦਾ बहुत धन्यवाद है कि ਤੁਸੀਂ ਅੱਜ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਜੋ ਤੁਹਾਨੂੰ ਅਸੀਂ ਥੋੜਾ ਸਮਾਂ ਪਹਿਲਾਂ ਤੁਹਾਨੂੰ ਇਨਵਾਈਟ ਕੀਤਾ ਤੇ ਤੁਸੀਂ ਸਾਰਿਆਂ ਨੇ ਆਪਣੇ ਕੀਮਤੀ ਵਕਤ ਚੋਂ ਵਕਤ ਕੱਢ ਕੇ ਤੁਸੀਂ ਕਰੋਨਾ ਦੀ ਮਹਾਮਾਰੀ ਹੋਣ ਦੇ ਬਾਵਜੂਦ ਤੁਸੀਂ ਹਾਜ਼ਰ ਹੋਏ ਹੋ। ਆਈ ਐਮ ਵੈਰੀ ਥੈਂਕਫੁਲ ਟੂ ਯੂ from the government side and from the education department side। ਅੱਜ ਮੈਂ ਤੁਹਾਡੇ ਨਾਲ ਇਹ ਗੱਲ ਸਾਂਝ ਕਰਨਾ ਚਾਹੁੰਦਾ ਹਾਂ, ਤੁਸੀਂ ਸਾਰੇ ਜਾਣਦੇ ਹੋ ਕਿ ਪ੍ਰਾਈਵੇਟ ਸਕੂਲਸ ਦੇ ਫੀਸ ਦਾ ਜਿਹੜਾ ਮੁੱਦਾ ਹੈ ਉਹ ਆਲਰੇਡੀ ਹਾਈ ਕੋਰਟ ਦੇ ਡੋਮੇਨ ਦੇ ਵਿੱਚ ਸੀਗਾ ਤੇ ਹਾਈ ਕੋਰਟ ਨੇ ਕੱਲ੍ਹ ਇੱਕ ਆਰਡਰ ਇਸ਼ੂ ਕੀਤਾ ਸੀ ਤੇ ਮੈਂ ਉਸ ਗੱਲ ਬਾਰੇ ਜੋ ਸਾਡੀ ਸਰਕਾਰ ਦੀ ਪ੍ਰਕਿਰਿਆ ਰਹੀ ਹੈ, ਜੋ ਵੀ ਗੱਲ ਸਰਕਾਰ ਵੱਲੋਂ ਅੱਜ ਤੱਕ ਹੋਈ ਹੈ, ਮੈਂ ਤੁਹਾਡੇ ਨਾਲ ਤੁਹਾਡੇ ਸਾਹਮਣੇ ਰੱਖਾਂਗਾ। ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦਾ ਜਿੱਦਣ ਤੋਂ ਲੋਕਡਾਊਨ 1 ਦੀ ਗੱਲ ਸ਼ੁਰੂ ਹੋਣ ਲੱਗੀ ਸੀ ਉਸ ਦਿਨ ਤੋਂ ਹੀ ਇਸ ਗੱਲ ਬਾਰੇ ਬਹੁਤ ਨੇੜੇ ਤੋਂ ਧਿਆਨ ਸੀ ਔਰ ਇਹੀ ਇੱਕ ਕਾਰਨ ਸੀ ਕਿ ਜੇ ਲੋਕਡਾਊਨ 23 ਮਾਰਚ 2020 ਨੂੰ ਪਹਿਲਾ ਲੋਕਡਾਊਨ ਲੱਗਿਆ ਤਾਂ ਉਸੇ ਦਿਨ ਐਜੂਕੇਸ਼ਨ ਡਿਪਾਰਟਮੈਂਟ ਨੇ ਇੱਕ ਆਰਡਰ ਕੱਢਿਆ ਕਿ ਕੋਈ ਵੀ ਪ੍ਰਾਈਵੇਟ ਸਕੂਲ ਆਪਣੀ ਬੱਚਿਆਂ ਤੋਂ ਆਉਣ ਵਾਲੇ ਮਹੀਨਿਆਂ ਦੀ ਫੀਸ ਚਾਰਜ ਨਹੀਂ ਕਰੂਗਾ ਜਦ ਤੱਕ ਲੋਕਡਾਊਨ ਨਹੀਂ ਖੁੱਲੂਗਾ ਔਰ ਜਿਸ ਦਿਨ ਲੋਕਡਾਊਨ ਖੁੱਲੂਗਾ ਉਸ ਤੋਂ ਬਾਅਦ 1 ਮਹੀਨੇ ਦੇ ਅੰਦਰ ਅੰਦਰ ਆਪਣੀ ਫੀਸ ਸਟਰਕਚਰ ਨੂੰ ਰੀਸ਼ਡਿਊਲ ਕਰਕੇ ਪੇਰੈਂਟਸ ਤੱਕ ਪਹੁੰਚਾਊਗਾ ਤੇ ਫਿਰ ਉਸ ਦੇ ਉੱਪਰ ਚਾਰजेस ਕਰ ਸਕਣਗੇ ਔਰ ਕੋਈ ਵੀ ਬੱਚੇ ਤੋਂ ਲੇਟ ਪੇਮੈਂਟ ਦਾ ਚਾਰਜ ਨਹੀਂ ਲਿੱਤਾ ਜਾਊਗਾ। ਇਹ ਗੱਲ ਮੈਂ ਇਸ ਕਰਕੇ ਦੁਹਰਾਉਣਾ ਚਾਹੁੰਦਾ ਕਿ ਕਈ ਵਾਰੀ ਕਈ ਲੋਕ ਪਬਲਿਕ ਡੋਮੇਨ ਦੇ ਵਿੱਚ ਗਲਤ ਚੀਜ਼ਾਂ ਦਾ ਪ੍ਰਚਾਰ ਕਰਦੇ ਹਨ, ਤਾਂ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਸਰਕਾਰ ਦਾ ਪਹਿਲੇ ਦਿਨ ਤੋਂ ਇਹ ਏਜੰਡਾ ਕਲੀਅਰ ਸੀਗਾ ਕਿ 23 ਮਾਰਚ ਨੂੰ ਜਿੱਦਣ ਲੋਕਡਾਊਨ ਲੱਗਿਆ ਉਸੇ ਦਿਨ ਅਸੀਂ ਆਰਡਰ ਕੱਢਿਆ ਸੀ ਜਿਸ ਕਿਹਾ ਸੀ ਕਿ ਫੀਸ ਬਾय ਦ ਪ੍ਰਾਈਵੇਟ ਸਕੂਲ ਇਜ਼ ਡੈਫਰਡ ਟਿਲ ਦ ਟਾਈਮ ਲੋਕਡਾਊਨ ਇਜ਼ ਦੇਅਰ। ਸਮੇਂ-ਸਮੇਂ ਲੋਕਡਾਊਨ ਵਧਿਆ, ਗੱਲ ਆਈ ਕਿ ਜੀ ਪ੍ਰਾਈਵੇਟ ਸਕੂਲ ਵਾਲਿਆਂ ਨੇ ਕਿਤੇ ਕਿਤਾਬਾਂ ਵੇਚਣੀਆਂ ਸ਼ੁਰੂ ਕਰਤੀਆਂ ਤੇ ਕਿਤੇ ਜਗ੍ਹਾ ਦੇ ਉੱਪਰ ਜਾ ਕੇ ਡਰੈਸਿਸ ਵੇਚਣੀਆਂ ਸ਼ੁਰੂ ਕਰਤੀਆਂ। ਉਸ ਗੱਲ ਦੇ ਉੱਪਰ ਵੀ ਮਹਿਕਮੇ ਨੇ ਰੋਕ ਲਾਈ ਔਰ ਉਸ ਤੋਂ ਬਾਅਦ ਲੋਕਡਾਊਨ 1 ਆਇਆ, ਲੋਕਡਾਊਨ 2 ਆਇਆ, ਲੋਕਡਾਊਨ 3 ਆਇਆ। ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋਣ ਲੱਗਿਆ। ਬਹੁਤ ਸਾਰੇ ਪ੍ਰਾਈਵੇਟ ਮੈਨੇਜਮੈਂਟਸ ਨੇ ਬੱਚਿਆਂ ਨੂੰ ਆਨਲਾਈਨ ਕਲਾਸਿਸ ਚਾਲੂ ਕੀਤੀਆਂ। ਉਸ ਵੇਲੇ ਅਸੀਂ ਆਪਣੀ ਕੈਬਨਿਟ ਦੀ ਮੀਟਿੰਗ ਵਿੱਚ ਇਸ ਗੱਲ ਨਾਲ ਸਲਾਹ ਕੀਤੀ, ਮਾਨਯੋਗ ਮੁੱਖ ਮੰਤਰੀ ਜੀ ਦੀ ਸਹਿਮਤੀ ਲਿੱਤੀ ਔਰ ਮੁੱਖ ਮੰਤਰੀ ਜੀ ਨੇ ਇੱਕ ਬਹੁਤ ਸੋਹਣਾ ਆਰਡਰ ਬਣਾ ਕੇ ਸਰਕਾਰ ਵੱਲੋਂ ਕੱਢਣ ਵਾਸਤੇ ਮਨਜ਼ੂਰੀ ਦਿੱਤੀ ਔਰ ਉਹ ਆਰਡਰ ਵੀ ਡਿਪਾਰਟਮੈਂਟ ਆਫ ਐਜੂਕੇਸ਼ਨ ਨੇ ਕੱਢਿਆ ਜਿਸ ਦੇ ਵਿੱਚ ਮੁੱਖ ਤੌਰ ਦੇ ਉੱਪਰ ਇਹ ਗੱਲ ਕਹੀ ਗਈ ਕਿ ਜਿਹੜੇ ਸਕੂਲ ਬੱਚਿਆਂ ਨੂੰ ਆਨਲਾਈਨ ਐਜੂਕੇਸ਼ਨ ਦੇਣਗੇ ਉਹ ਸਿਰਫ ਆਪਣੇ ਬੱਚਿਆਂ ਤੋਂ ਟਿਊਸ਼ਨ ਫੀਸ ਚਾਰਜ ਕਰ ਸਕਦੇ ਔਰ ਉਹਦੇ 'ਚ 5-6 ਚੀਜ਼ਾਂ ਬੜੀਆਂ ਇੰਪੋਰਟੈਂਟ ਕਹੀਆਂ ਗਈਆਂ। ਇਹ 14 ਮਈ ਦਾ ਆਰਡਰ ਸੀਗਾ ਔਰ ਇਹ 14 ਮਈ ਦਾ ਆਰਡਰ ਇੱਕੋ ਹੀ ਮੇਨ ਗੱਲ ਕਹਿੰਦਾ ਸੀ ਕਿ ਕਿਸੇ ਵੀ ਟੀਚਰ ਦੀ ਸੈਲਰੀ ਨੂੰ ਕੱਟਿਆ ਨਹੀਂ ਜਾਊਗਾ, ਕਿਸੇ ਵੀ ਬੱਚੇ ਨੂੰ ਸਕੂਲ ਤੋਂ ਬਾਹਰ ਨਹੀਂ ਕੱਢਿਆ ਜਾਊਗਾ, ਕੋਈ ਵੀ ਐਡਮਿਨਿਸਟ੍ਰੇਟਿਵ ਚਾਰजेस, ਕੋਈ ਵੀ ਐਨੂਅਲ ਚਾਰजेस, ਕੋਈ ਵੀ ਟਰਾਂਸਪੋਰਟੇਸ਼ਨ ਚਾਰजेस ਨਹੀਂ ਲਿੱਤੇ ਜਾਣਗੇ ਤੇ ਕਿਸੇ ਬੱਚੇ ਨੂੰ ਕੋਈ ਵੀ ਪ੍ਰਾਈਵੇਟ ਸਕੂਲ ਵਾਲਾ ਆਪਣੇ ਸਕੂਲ ਤੋਂ ਬਾਹਰ ਨਹੀਂ ਕੱਢੂਗਾ ਔਰ ਜਿਹੜੇ ਸਕੂਲ ਟਿਊਸ਼ਨ ਫੀਸ ਚਾਰਜ ਕਰਨਗੇ ਉਹ ਸਿਰਫ ਉਹ ਸਕੂਲ ਚਾਰਜ ਕਰਨਗੇ ਜਿਹੜੇ ਆਨਲਾਈਨ ਕਲਾਸਿਸ ਬੱਚਿਆਂ ਨੂੰ ਪ੍ਰੋਵਾਈਡ ਕਰਨਗੇ। ਇਹ ਗੱਲ ਦਾ ਆਰਡਰ ਪਬਲਿਕ ਡੋਮੇਨ ਦੇ ਵਿੱਚ ਸਰਕਾਰ ਲੈ ਕੇ ਆਈ। ਸਰਕਾਰ ਨੇ ਆਰਡਰ ਇਸ਼ੂ ਕੀਤਾ। ਬਹੁਤ ਸਾਰੇ ਲੋਕਾਂ ਨੂੰ, ਪ੍ਰਾਈਵੇਟ ਸਕੂਲ ਦੇ ਐਸੋਸੀਏਸ਼ਨਸ ਨੂੰ ਜਾਂ ਉਹਨਾਂ ਦੀਆਂ ਮੈਨੇਜਮੈਂਟਸ ਨੂੰ ਇਸ ਆਰਡਰ ਤੋਂ ਆਪੱਤੀ ਸੀਗੀ। ਉਹਨਾਂ ਨੂੰ ਇਹ ਆਰਡਰ ਚੰਗਾ ਨਹੀਂ ਲੱਗਿਆ ਤੇ ਉਹਨਾਂ ਨੇ ਇਸ ਆਰਡਰ ਦੇ ਖਿਲਾਫ ਆਨਰੇਬਲ ਹਾਈ ਕੋਰਟ ਦੇ ਵਿੱਚ ਆਪਣੀ ਪਟੀਸ਼ਨ ਦਾਇਰ ਕੀਤੀ ਔਰ ਅਸੀਂ ਆਪਣੇ ਵੱਲੋਂ ਸਾਡੇ ਸਟੇਟ ਦੇ ਜਿਹੜੇ ਸਾਡੇ ਮੁਖੀ ਹੈ ਲਾਅ ਦੇ ਐਡਵੋਕੇਟ ਜਨਰਲ ਸਾਹਿਬ, ਉਹ ਇੱਕ ਵਾਰ ਨਹੀਂ 4 ਵਾਰ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਜਾ ਕੇ ਇਸ ਗੱਲ ਦੀ ਪੇਸ਼ਕਸ਼ ਕੀਤੀ। ਜਦੋਂ ਹਾਈ ਕੋਰਟ ਦੇ ਵਿੱਚ ਪ੍ਰਾਈਵੇਟ ਸਕੂਲ ਵਾਲਿਆਂ ਨੇ ਆਪਣੀ ਰਿਟ ਦਾਇਰ ਕੀਤੀ ਉਸ ਦੇ ਵਿੱਚ ਪਹਿਲੇ ਦਿਨ ਇੱਕ ਇੰਟਰਿਮ ਆਰਡਰ ਆਇਆ ਸੀ ਕਿ ਪ੍ਰਾਈਵੇਟ ਸਕੂਲ ਵਾਲੇ 70% ਫੀਸ ਚਾਰਜ ਕਰ ਸਕਦੇ ਤੇ 70% ਹੀ ਉਹਨਾਂ ਨੂੰ ਟੀਚਰਾਂ ਨੂੰ ਸੈਲਰੀ ਦੇਣੀ ਪਊਗੀ। ਇਸ ਗੱਲ ਦੇ ਉੱਪਰ ਸਾਡੇ ਐਡਵੋਕੇਟ ਜਨਰਲ ਸਾਹਿਬ 5 ਵਾਰ ਹਾਈ ਕੋਰਟ ਦੇ ਵਿੱਚ ਖੁਦ ਪੇਸ਼ ਹੋਏ ਸਰਕਾਰ ਦਾ ਪੱਖ ਫਾਈਟ ਕਰਨ ਵਾਸਤੇ। ਹਾਈ ਕੋਰਟ ਨੇ ਇੱਕ ਸਟੇਜ ਦੇ ਉੱਪਰ ਇਹ ਵੀ ਕਿਹਾ, ਆਨਰੇਬਲ ਹਾਈ ਕੋਰਟ ਨੇ, ਕਿ ਜੀ ਤੁਸੀਂ ਸਾਰਿਆਂ ਨੂੰ, ਸਾਰੇ ਸਟੇਕ ਹੋਲਡਰਸ ਨੂੰ ਆਪਣੇ ਕੋਲ ਬੁਲਾ ਲਓ ਤੇ ਤੁਹਾਡੇ ਧਿਆਨ ਹੋਣਾ, ਤੁਸੀਂ ਸਾਰੇ ਵੀ ਮੀਡੀਆ ਦੇ ਸਾਥੀ, ਆਪਾਂ ਇੱਕ ਵਾਰ ਏਜੀ ਸਾਹਿਬ ਦੇ ਘਰੇ ਵੀ ਇਕੱਠੇ ਹੋਏ ਸ਼ਾਮ ਨੂੰ, ਜਦੋਂ ਅਸੀਂ ਉਹ ਸਟੇਕ ਹੋਲਡਰਸ ਨਾਲ ਮੀਟਿੰਗ ਕੀਤੀ।
ਮਕਸਦ ਇੱਕੋ ਹੀ ਸੀਗਾ ਕਿ ਅਸੀਂ ਚਾਹੁੰਦੇ ਸੀ ਕਿ ਜੇ ਕੋਈ ਬੰਦਾ ਕੋਈ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਹੈ ਉਸ ਨੂੰ ਉਹਦੀ ਸਰਵਿਸਿਜ਼ ਦੇ ਪੈਸੇ ਮਿਲ ਜਾਣ, ਤੇ ਬਾਕੀ ਅਸੀਂ ਕਰੋਨਾ ਦੀ ਮਹਾਮਾਰੀ ਵੇਲੇ ਬੱਚਿਆਂ ਨੂੰ ਤੇ ਬੱਚਿਆਂ ਦੇ ਪੇਰੈਂਟਸ ਨੂੰ ਅਸੀਂ ਰਿਲੀਫ ਦੇ ਸਕੀਏ। ਇਹੀ ਸਰਕਾਰ ਦੀ ਥਾਟ ਸੀਗੀ। ਬਟ ਬਹੁਤ ਸਾਰੇ ਸਕੂਲਾਂ ਨੇ, ਪ੍ਰਾਈਵੇਟ ਸਕੂਲਾਂ ਨੇ ਪਹਿਲੇ ਦਿਨ ਦੇ ਇੰਟੈਰਿਮ ਆਰਡਰ ਤੋਂ ਲੈ ਕੇ 12 ਜੂਨ ਤੱਕ ਉਹ ਆਰਡਰ ਹਾਈ ਕੋਰਟ ਵੱਲੋਂ ਫਾਈਨਲ ਆਰਡਰ ਆਉਣਾ ਸੀ, ਉਦੋਂ ਤੱਕ ਉਹਨੂੰ ਰੋਕਿਆ ਸੀ। ਤੇ ਉਹ 12 ਜੂਨ ਤੱਕ ਦੇ ਆਰਡਰ ਤੱਕ ਬਹੁਤ ਜਗ੍ਹਾ ਦੇ ਉੱਪਰ ਕੇਸ ਦੇ ਉੱਪਰ ਵੱਖ-ਵੱਖ ਸਮੇਂ ਦੇ ਉੱਪਰ ਵਕੀਲ ਸਾਹਿਬਾਨ ਪੇਸ਼ ਹੋਏ, ਏਜੀ ਸਾਹਿਬ ਪੇਸ਼ ਹੋਏ, ਤੇ ਕੱਲ ਆਨਰੇਬਲ ਹਾਈ ਕੋਰਟ ਨੇ ਆਪਣਾ ਫਾਈਨਲ ਆਰਡਰ ਸਾਡੇ ਸਾਹਮਣੇ ਲੈ ਕੇ ਆਂਦਾ। ਉਹਦੇ ਵਿੱਚ ਮੈਂ ਸਭ ਤੋਂ ਪਹਿਲਾਂ ਗੱਲ ਕਰਨਾ ਚਾਹੁੰਦਾ, ਜਿਹੜਾ ਆਨਰੇਬਲ ਹਾਈ ਕੋਰਟ ਦਾ ਕੱਲ ਆਰਡਰ ਆਇਆ ਹੈ, ਉਸ ਆਰਡਰ ਦੇ ਵਿੱਚ ਸਭ ਤੋਂ ਮੇਨ ਗੱਲ ਇਹ ਹੈ ਕਿ ਜਿਹੜੇ ਪੇਰੈਂਟਸ ਤੇ ਬੱਚਿਆਂ ਦੇ ਹੱਕ ਦੀ ਗੱਲ ਸੀ, ਉਸ ਗੱਲ ਦੇ ਉੱਪਰ ਰਿਲੀਫ ਨਹੀਂ ਦਿੱਤਾ ਗਿਆ। ਔਰ ਅਸੀਂ ਸਰਕਾਰ ਦੇ ਵੱਲੋਂ ਪਹਿਲੇ ਦਿਨ ਤੋਂ ਹੀ, ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ 23 ਮਾਰਚ ਤੋਂ ਹੀ ਇਸ ਗੱਲ ਦੇ ਉੱਪਰ ਲੱਗੇ ਹੋਏ ਸੀ ਕਿ ਜਿਹੜੇ ਪੇਰੈਂਟਸ ਹੈ ਜਾਂ ਉਹਨਾਂ ਦੇ ਬੱਚੇ ਹੈ ਜਾਂ ਸਰਕਾਰ ਲੱਗੀ ਹੋਈ ਸੀ ਕਿ ਉਹਨਾਂ ਨੂੰ ਅਸੀਂ ਤਕਲੀਫ ਨਾ ਦਈਏ, ਉਹਨਾਂ ਨੂੰ ਅਸੀਂ ਅੱਜ ਇਸ ਕਰੋਨਾ ਦੀ ਮਹਾਮਾਰੀ ਦੇ ਵਿੱਚ ਅਸੀਂ ਉਹਨਾਂ ਨੂੰ ਸਪੋਰਟ ਕਰਨਾ ਸਾਡੀ ਜ਼ਿੰਮੇਵਾਰੀ ਬਣਦੀ ਹੈ, ਜਿਸ ਤਰ੍ਹਾਂ ਅਸੀਂ ਬਾਕੀ ਸੈਕਟਰਸ ਨੂੰ ਸਪੋਰਟ ਕਰ ਰਹੇ। ਤਾਂ ਉਸ ਗੱਲ ਨੂੰ ਦੇਖਦੇ ਹੋਏ ਜਦੋਂ ਕੱਲ ਆਨਰੇਬਲ ਹਾਈ ਕੋਰਟ ਦਾ ਆਰਡਰ ਆਇਆ, ਉਸ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਮੇਨ ਗੱਲ ਆਈ ਹੈ ਉਹ ਬੱਚਿਆਂ ਨੂੰ ਤੇ ਬੱਚਿਆਂ ਦੇ ਪੇਰੈਂਟਸ ਨੂੰ ਜੋ ਰਿਲੀਫ ਦੇਣ ਦੀ ਗੱਲ ਸੀ, ਉਸ ਦੇ ਉੱਪਰ ਦੋ ਚੀਜ਼ਾਂ ਦੇ ਉੱਪਰ ਹਾਈ ਕੋਰਟ ਦਾ ਆਰਡਰ ਸਾਡੇ ਹੱਕ ਦੇ ਵਿੱਚ ਨਹੀਂ ਆਇਆ, ਜਾਂ ਪੇਰੈਂਟਸ ਦੇ ਹੱਕ ਵਿੱਚ ਨਹੀਂ ਆਇਆ, ਜਾਂ ਉਹ ਬੱਚਿਆਂ ਦੇ ਹੱਕ ਵਿੱਚ ਨਹੀਂ ਆਇਆ। ਔਰ ਬਾਕੀ 4-5 ਚੀਜ਼ਾਂ ਜਿਹੜੀਆਂ ਉਹਨਾਂ ਨੇ ਕੀਤੀਆਂ, ਚਾਹੇ ਉਹ ਟੀਚਰਸ ਦੀ ਸੈਲਰੀ ਨੂੰ ਪ੍ਰੋਟੈਕਟ ਕਰਕੇ 100% ਕੀਤਾ, ਮੈਂ ਇਸ ਗੱਲ ਨੂੰ ਵੈਲਕਮ ਕਰਦਾ, ਕਿਉਂਕਿ ਟੀਚਰ ਸਾਡੇ ਉਹ ਵਰਗ ਹੈ ਜਿਹੜੇ ਤੋਂ ਬਿਨਾਂ ਅਸੀਂ ਐਜੂਕੇਸ਼ਨ ਅਧੂਰੀ ਹੈ। ਤੇ ਇਹ ਗੱਲ ਵੀ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਰੱਖੀ ਸੀ ਕਿ ਟੀਚਰਸ ਦੀ ਸੈਲਰੀ ਦੇ ਉੱਪਰ 70% ਨਾ ਕੀਤਾ ਜਾਵੇ, ਟੀਚਰ ਦੀ ਸੈਲਰੀ ਨੂੰ ਪੂਰਾ ਕੀਤਾ ਜਾਵੇ। ਦੂਜੀ ਗੱਲ ਜਿਹੜੀ ਗੱਲ ਮਨਜ਼ੂਰ ਕੀਤੀ ਹੈ ਉਹ ਇਹ ਕੀਤੀ ਹੈ ਕਿ ਕਿਸੇ ਵੀ ਬੱਚੇ ਨੂੰ ਸਕੂਲ ਤੋਂ ਬਾਹਰ ਨਹੀਂ ਕੱਢਿਆ ਜਾਊਗਾ। ਤੀਜੀ ਗੱਲ ਜਿਹੜੀ ਦੀ ਮਨਜ਼ੂਰੀ ਹੋਈ ਹੈ ਉਹ ਇਹ ਹੋਈ ਹੈ ਕਿ ਬੱਚੇ ਚਾਹੇ ਮਹੀਨੇ ਬਾਅਦ ਫੀਸ ਦੇ ਤੇ ਚਾਹੇ ਕੁਆਟਰਲੀ ਦੇ ਨੇ, ਬੱਚਿਆਂ ਦਾ ਪ੍ਰੈਰੋਗੇਟਿਵ ਹੋਊਗਾ, ਇਹ ਬੱਚਿਆਂ ਦੀ ਮਰਜ਼ੀ ਹੋਊਗੀ ਕਿ ਬੱਚੇ ਕੀ ਕਰਨਾ ਚਾਹੁੰਦੇ ਹੈ। ਚੌਥਾ ਅਹਿਮ ਗੱਲ ਇਹ ਹੋਈ ਹੈ ਕਿ ਜਿਹੜਾ 8% ਦਾ ਫੈਸਲਾ ਹੈ, ਰੈਫੀ ਰੈਗੂਲੇਸ਼ਨ ਐਕਟ ਹੈ, ਕਿ ਜਿਹੜਾ ਪਿਛਲੇ ਸਾਲ ਦੀ ਫੀਸ ਨਾਲੋਂ ਅਗਲੇ ਸਾਲ 'ਚ ਸਕੂਲਾਂ ਵਾਲਿਆਂ ਨੂੰ 8% ਫੀਸ ਇਨਹਾਂਸ ਕਰਨ ਦਾ ਪ੍ਰੈਰੋਗੇਟਿਵ ਹੁੰਦਾ ਹੈ, ਉਸ ਗੱਲ ਜਾਂ ਉਹ ਜਿਹੜਾ ਮੈਂਡੇਟਰੀ ਲਾਅ ਹੈ ਉਸ ਦੇ ਉੱਪਰ ਸਰਕਾਰ ਨੂੰ ਰਿਲੀਫ ਦਿੱਤਾ ਹੈ। ਔਰ ਇਹ ਕਿਹਾ ਕਿ ਉਹ 8% ਫੀਸ ਹਾਈਕ ਨਹੀਂ ਹੋਊਗੀ। ਔਰ ਇਹ ਵੀ ਮੈਂ ਕਹਿਣਾ ਚਾਹੁੰਦਾ ਕਿ ਇਹ ਸਾਰੇ ਕੰਟਰੀ ਦੇ ਵਿੱਚ ਵੱਖ-ਵੱਖ ਸਟੇਟਾਂ ਨੇ ਇਸ ਗੱਲ ਨੂੰ ਹਮੇਸ਼ਾ ਰੱਖਿਆ ਕਿ ਕੋਈ ਵੀ ਪਿਛਲੇ ਸਾਲ ਨਾਲੋਂ ਇਸ ਵਾਰ ਫੀਸ ਵਧਾ ਕੇ ਚਾਰਜ ਨਹੀਂ ਕਰੂਗਾ। ਇਹ ਸਾਰੀਆਂ ਗੱਲਾਂ ਵੱਖ-ਵੱਖ ਜਿਹੜੇ ਫੈਸਲੇ ਕੱਲ ਆਏ ਹੈ, ਇਹ ਸਾਡੇ ਜਿਹੜੀ ਸਰਕਾਰ ਨੇ ਪੁਆਇੰਟਸ ਫਾਈਟ ਕੀਤੇ ਸੀ ਉਸ ਦੇ ਤਹਿਤ ਆਏ ਹੈ। ਔਰ ਮੈਂ ਤੁਹਾਡੇ ਰਾਹੀਂ ਇਹ ਗੱਲ ਤੁਹਾਡੇ ਸਾਹਮਣੇ ਮੈਂ ਜ਼ਰੂਰ ਰੱਖਣਾ ਚਾਹੁੰਦਾ ਕਿ ਜਿਹੜੀਆਂ ਦੋ ਗੱਲਾਂ ਦੇ ਉੱਪਰ ਸਰਕਾਰ ਫਾਈਟ ਕਰ ਰਹੀ ਸੀ, ਜਿਸ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਫਾਇਦਾ ਹੈ ਉਹ ਬੇਸਿਕਲੀ ਬੱਚਿਆਂ ਨੂੰ ਤੇ ਬੱਚਿਆਂ ਦੇ ਪੇਰੈਂਟਸ ਨੂੰ ਹੋਣਾ ਸੀ ਫੀਸ ਨੂੰ ਲੈ ਕੇ, ਉਸ ਦੇ ਪੱਧਰ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੇ ਕੱਲ ਕੈਬਨਿਟ ਦੇ ਵਿੱਚ ਡਿਸਕਸ਼ਨ ਕੀਤੀ ਔਰ ਸਾਰੇ ਮੰਤਰੀ ਮੰਡਲ ਦੇ ਸਾਹਮਣੇ ਇਸ ਗੱਲ ਦਾ ਫੈਸਲਾ ਕੀਤਾ। ਔਰ ਅਸੀਂ ਇੱਕ ਛੋਟਾ ਜਿਹਾ ਗਰੁੱਪ ਬਣਾਇਆ ਸੀ ਫਰਦਰ ਡਿਸਕਸ਼ਨ ਵਾਸਤੇ, ਜਿਹਦੇ ਵਿੱਚ ਆਨਰੇਬਲ ਏਜੀ, ਮੇਰੇ ਸੈਕਟਰੀ ਕ੍ਰਿਸ਼ਨ ਕੁਮਾਰ ਜੀ ਤੇ ਮੇਰੇ ਸਾਡੇ ਚੀਫ ਸੈਕਟਰੀ ਵਿਨੀ ਮਹਾਜਨ ਜੀ ਤੇ ਮੈਂ ਉਸ 'ਚ ਮੌਜੂਦ ਸੀ। ਉਹਦੀ ਇੱਕ ਡਿਸਕਸ਼ਨ ਤੋਂ ਬਾਅਦ ਅਸੀਂ ਇਹ ਫੈਸਲਾ ਕੀਤਾ ਕਿ ਅਸੀਂ ਸਰਕਾਰ LPA ਦੇ ਵਿੱਚ ਜਾਊਗੀ, ਡਬਲ ਬੈਂਚ ਦੇ ਵਿੱਚ ਜਾ ਕੇ ਕੋਰਟ ਦੇ ਵਿੱਚ ਅਸੀਂ ਫਾਈਟ ਕਰਾਂਗੇ। ਜਿਹੜੇ ਦੋ ਚੀਜ਼ਾਂ ਦਾ ਸਾਨੂੰ ਰਿਲੀਫ ਨਹੀਂ ਮਿਲਿਆ ਉਸ ਦੇ ਬਾਰੇ ਗੱਲ ਕਰਾਂਗੇ। ਔਰ ਅਸੀਂ ਵੀ ਵਿਲ ਆਲਸੋ ਟਰਾਈ ਐਂਡ ਪ੍ਰੇ ਟੂ ਦਾ ਕੋਰਟ ਦੈਟ ਕਿ ਕੋਰਟ ਉਸ ਗੱਲ ਦੇ ਉੱਪਰ ਰਿਲੀਫ ਦੇਵੇ, ਕਿਉਂਕਿ ਇਹ ਬਹੁਤ ਅਹਿਮ ਮੁੱਦਾ ਹੈ ਔਰ ਇਹ ਬਹੁਤ ਅਹਿਮ ਚੀਜ਼ ਹੈ ਜਿਹੜੀ ਹਰ ਘਰ ਦੇ ਨਾਲ, ਹਰ ਪੇਰੈਂਟ ਦੇ ਨਾਲ, ਹਰ ਬੱਚੇ ਦੇ ਨਾਲ ਜੁੜੀ ਗੱਲ ਹੈ। ਔਰ ਸਰਕਾਰ ਪਹਿਲੇ ਦਿਨ ਤੋਂ ਇਸ ਗੱਲ ਦੇ ਉੱਪਰ ਫਾਈਟ ਕਰਨ ਵਾਸਤੇ ਆਪਣਾ ਪੱਖ ਰੱਖ ਰਹੀ ਹੈ। ਕੋਰਟ ਨੇ ਜਿਹੜੀ ਗੱਲਾਂ ਦੇ ਉੱਪਰ ਸਾਨੂੰ ਸਹਿਮਤੀ ਦਿੱਤੀ ਹੈ ਉਸ ਗੱਲ ਦਾ ਮੈਂ ਕੋਰਟ ਦਾ ਧੰਨਵਾਦ ਵੀ ਕਰਨਾ ਚਾਹੁੰਦਾ, ਪਰ ਨਾਲ ਦੀ ਨਾਲ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਜਿਹੜੀ ਕਰੋਨਾ ਦੀ ਮਹਾਮਾਰੀ ਦੇ ਵਿੱਚ ਇਹ ਚੀਜ਼ਾਂ ਦੀ ਪ੍ਰੋਬਲਮ ਚੱਲ ਰਹੀ ਹੈ, ਉਸ ਦੇ ਵਿੱਚ ਸਾਨੂੰ ਕੋਰਟ ਬਾਕੀ ਚੀਜ਼ਾਂ ਦੇ ਵਿੱਚ ਵੀ ਰਿਲੀਫ ਦੇਵੇ ਤਾਂ ਕਿ ਅਸੀਂ ਲੋਕਾਂ ਦੇ ਵਾਸਤੇ ਇਸ ਸਮੇਂ ਵਿੱਚ ਅਸੀਂ ਲੋਕਾਂ ਦੇ ਹੱਕ ਦੇ ਵਿੱਚ ਖੜ ਸਕੀਏ। ਸੋ ਮੈਂ ਇਹ ਗੱਲ ਕਰਨ ਵਾਸਤੇ ਤੁਹਾਡੇ ਕੋਲੇ ਅੱਜ ਹਾਜ਼ਰ ਹੋਏ ਹਾਂ। ਵੀ ਹੈਵ ਟਰਾਈ ਟੂ ਫਾਈਟ ਦਾ ਕੇਸ ਇਨ ਦਾ ਕੋਰਟ। ਆਨਰੇਬਲ ਕੋਰਟ ਦਾ ਜੋ ਫੈਸਲਾ ਸਾਡੇ ਸਾਰਿਆਂ ਵਾਸਤੇ ਬਾਈਂਡਿੰਗ ਹੈ, ਬਟ ਅਸੀਂ ਸਾਡੇ ਕੋਲੇ ਐਜ਼ ਅ ਗਵਰਨਮੈਂਟ ਸਾਡੇ ਕੋਲੇ ਇੱਕੋ ਹੀ ਚੀਜ਼ ਸਾਡੇ ਸਾਹਮਣੇ ਆਉਂਦੀ ਹੈ ਕਿ ਅਸੀਂ LPA ਫਾਈਲ ਕਰੀਏ, ਡਬਲ ਬੈਂਚ ਦੇ ਉੱਪਰ ਅਸੀਂ ਅਪੀਲ 'ਚ ਜਾਈਏ। ਉਸ ਗੱਲ ਨੂੰ ਕਰਨ ਵਾਸਤੇ ਸਰਕਾਰ ਨੇ ਫੈਸਲਾ ਕੀਤਾ ਹੈ
ਕਿਉਂਕਿ ਬਹੁਤ ਸਾਰੇ ਪੇਰੈਂਟਸ ਦੀਆਂ ਐਸੋਸੀਏਸ਼ਨਸ ਨੇ ਵੀ ਆਪਣੇ ਵਕੀਲ ਖੜੇ ਕਰਕੇ ਪਿਛਲੀ ਵਾਰੀ ਕੇਸ ਦੇ ਵਿੱਚ ਫਾਈਟ ਕੀਤਾ ਸੀ, ਪਰ ਲੇਕਿਨ ਜੋ ਸਾਡੇ ਏਜੀ ਸਾਹਿਬ ਨੇ ਫਾਈਟ ਕੀਤਾ ਉਹਦੇ ਚੋਂ 4-5 ਚੀਜ਼ਾਂ ਜੋ ਮੈਂ ਤੁਹਾਨੂੰ ਦੱਸੀਆਂ ਉਸ ਦੇ ਵਿੱਚ ਕੋਰਟ ਨੇ ਸਾਨੂੰ ਰਿਲੀਫ ਦਿੱਤਾ ਹੈ, ਔਰ ਉਸ ਗੱਲ ਦਾ ਮੈਂ ਧੰਨਵਾਦ ਕਰਦਾ ਹਾਂ। ਔਰ ਜਿਹੜੇ ਬੱਚਿਆਂ ਤੇ ਪੇਰੈਂਟਸ ਨਾਲ ਜੁੜੇ ਹੋਏ ਫੀਸ ਦੇ ਮੁੱਦੇ ਦੇ ਉੱਪਰ ਰਿਲੀਫ ਨਹੀਂ ਆਇਆ, ਉਹ ਵੀ ਅਸੀਂ ਚਾਹੁੰਦੇ ਹਾਂ ਕਿ ਉਸ ਦੇ ਉੱਪਰ ਰਿਲੀਫ ਆਵੇ, ਕਿਉਂਕਿ ਇਹ ਵੀ ਕਿਹਾ ਕੋਰਟ ਨੇ ਕਿ ਜਿਹੜੇ ਬੱਚਿਆਂ ਨੂੰ ਕੋਈ ਬੱਚੇ ਫੀਸ ਨਹੀਂ ਦੇ ਸਕਦੇ ਉਹ ਆਪਣੇ ਰੈਗੂਲੇਟਰੀ ਅਥਾਰਟੀ ਕੋਲ ਅਪੀਲ ਕਰਨ, ਉਹ ਆਪਣੇ ਐਪਲੀਕੇਸ਼ਨ ਆਪਣੇ ਸਕੂਲ ਦੇ ਪ੍ਰਿੰਸੀਪਲ ਕੋਲ ਦੇਣਗੇ ਤੇ ਉਹਦਾ ਫੈਸਲਾ ਰੈਗੂਲੇਟਰੀ ਅਥਾਰਟੀ ਕਰੂਗਾ। ਆਈ ਥਿੰਕ ਉਹ ਵੀ ਇੱਕ ਫੈਸਲਾ ਹੈਗਾ, ਪਰ ਲੇਕਿਨ ਅਲਟੀਮੇਟਲੀ ਦੀ ਲਾਰਜਰ ਐਸਪੈਕਟ ਇਜ਼ ਕਿ ਅਸੀਂ ਬੱਚੇ ਜਿਹੜੇ ਸਕੂਲਸ ਆਨਲਾਈਨ ਐਜੂਕੇਸ਼ਨ ਬੱਚਿਆਂ ਨੂੰ ਨਹੀਂ ਦੇ ਰਹੇ ਤਾਂ ਉਹ ਫੀਸ ਨਾ ਚਾਰਜ ਕਰਨ। ਇਹ ਸਾਡੀ ਅਪੀਲ ਪਹਿਲਾਂ ਵੀ ਰਹੀ ਹੈ, ਅਸੀਂ ਪਹਿਲਾਂ ਵੀ ਇਸੇ ਗਰਾਊਂਡਸ ਦੇ ਉੱਪਰ ਫਾਈਟ ਕੀਤਾ, ਔਰ ਜਿਹੜੇ ਚਾਰजेस ਜਾਂ ਜਿਹੜੀਆਂ ਸਰਵਿਸਿਜ਼ ਸਕੂਲਸ ਪ੍ਰੋਵਾਈਡ ਨਹੀਂ ਕਰ ਰਹੇ ਉਹ ਵਾਲੀਆਂ ਸਰਵਿਸਿਜ਼ ਦੇ ਉੱਪਰ ਵੀ ਚਾਰजेस ਨਾ ਲਿੱਤੇ ਜਾਣ। ਨਹੀਂ ਤਾਂ ਮੈਂ ਅੱਜ ਸਵੇਰ ਦਾ ਦੇਖ ਰਿਹਾ ਕਈ ਸਕੂਲਸ ਨੇ ਆਪਣੇ ਆਰਡਰਸ ਕੱਢਣੇ ਸ਼ੁਰੂ ਕਰਤੇ ਕਿ ਸਾਨੂੰ ਪੁਰਾਣੀ ਵੀ ਫੀਸ ਸਾਡੀ ਜਮ੍ਹਾਂ ਕਰਾ ਦਿਓ। ਤੋਂ ਇਸ ਕਰਕੇ ਮੈਂ ਤੁਹਾਡੇ ਰਾਹੀਂ, ਕਿਉਂਕਿ ਤੁਸੀਂ ਮੇਰੀ ਗੱਲ ਨੂੰ ਕੱਲੇ ਘਰ ਤੱਕ ਪਹੁੰਚਾਉਣ ਵਾਸਤੇ ਸਰਕਾਰ ਦੀ ਗੱਲ ਨੂੰ, ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੀ ਗੱਲ ਨੂੰ ਤੁਸੀਂ ਸਾਰੇ ਘਰ ਤੱਕ ਪਹੁੰਚਾਉਣ ਨੂੰ, ਸਾਡੀ ਫੀਲਿੰਗ ਨੂੰ ਤੁਸੀਂ ਸਾਡੀ ਮਦਦ ਕਰੋਗੇ ਤਾਂ ਕਿ ਅਸੀਂ ਆਪਾਂ ਇਸ ਗੱਲ ਨੂੰ ਚੰਗੇ ਤਰੀਕੇ ਨਾਲ ਫਾਈਟ ਕਰ ਸਕੀਏ। ਤੇ ਜਿਹੜੇ ਪੇਰੈਂਟਸ ਇਸ ਕਰੋਨਾ ਦੀ ਮਹਾਮਾਰੀ ਕਰਕੇ ਬਹੁਤ ਦਰਦ 'ਚ ਹੈ, ਤੰਗੀ 'ਚ ਹੈ, ਉਹਨਾਂ ਦੇ ਨਾਲ ਅਸੀਂ ਖੜ ਸਕੀਏ। ਇਹੀ ਮੈਂ ਤੁਹਾਡੇ ਸਾਰਿਆਂ ਨਾਲ ਗੱਲ ਕਰਨ ਵਾਸਤੇ ਅੱਜ ਹਾਜ਼ਰ ਹੋਇਆ ਸੀ। ਤੇ ਹੁਣ ਮੈਂ ਤੁਹਾਡੇ ਕੋਈ ਵੀ ਸਵਾਲ ਹੋਣ ਇਸ ਮੁੱਦੇ ਨਾਲ ਰਿਲੇਟਡ, आई एम हैप्पी टू आंसर, यू कैन आस्क वन बाय वन। सिंगला साहब मेरा पहला सवाल, सिंगला साहब इधर, मेरा पहला सवाल है 2 पॉइंट, दूसरा केड़ा पॉइंट है? एक तो फीस है, देन सेकंड वन। तो एक तो फीस की बात है, एक ये जो एनुअल चार्जेस की बात है, तो हमने सरकार ने ये कहा था कि जो एनुअल चार्जेस जो हमने एफिडेविट फाइल किया था सरकार की तरफ से, हमने उसके अंदर एनुअल चार्जेस के बारे में ये कहा था कि एनुअल चार्जेस जब स्कूल खुलेंगे उसके बाद प्रो रेटा बेसिस के ऊपर स्कूल चार्ज कर सकते हैं, क्योंकि जैसे फी रेगुलेशन एक्ट पब्लिक डोमेन में है, हमारे सामने फी रेगुलेशन एक्ट है, तो हम फीस के ऊपर ज्यादा बात नहीं कर सकते। लेकिन हमने ये जरूर कहा था कि अगर कोई आदमी अपनी फीस को एनुअल फीस लेना चाहता है तो हमने कोर्ट को कहा था कि जब कोर्ट खुल जाए, अगर सपोज स्कूल 4 महीने के बाद फिजिकली खुलते हैं तो 4 महीने के बाद अगर बाकी का 8 महीने का वक्त बचा है तो उसको प्रो रेटा बेसिस के ऊपर फीस चार्ज की जा सकती है। ਸੋ ਸਿੰਗਲਾ ਸਾਹਿਬ, ਇਸ ਕੇਸ ਦਾ ਸਾਰਾ ਦਾਰੋ ਮਦਾਰ ਇੱਕ ਪੰਜਾਬ ਸਰਕਾਰ ਨੇ ਜਿਹੜਾ ਐਫੀਡੇਵਿਟ ਦੇਣਾ ਸੀ ਉਸ ਤੇ ਟਿਕਿਆ ਹੋਇਆ ਸੀ। ਹਾਈ ਕੋਰਟ ਨੇ ਕਿਹਾ ਸੀ ਕਿ ਤਿੰਨੋਂ ਧਿਰਾਂ ਨੂੰ ਕੋਈ ਨੁਕਸਾਨ ਨਾ ਹੋਵੇ, ਅਜਿਹਾ ਐਫੀਡੇਵਿਟ ਆਉਣਾ ਚਾਹੀਦਾ ਹੈ। ਸਰਕਾਰੀ ਦਲੀਲਾਂ ਕਮਜ਼ੋਰ ਰਹੀਆਂ ਜਿਨ੍ਹਾਂ ਨੂੰ ਬਿਲਕੁਲ ਵੀ ਧਿਆਨ 'ਚ ਨਹੀਂ ਜਾਂਦਾ, ਹਾਈ ਕੋਰਟ ਨੇ ਫੈਸਲਾ ਦੇਣ ਲੱਗਿਆ। नहीं, सरकारी दलीलां कमजोर किस तरह नहीं है, मैं समझ नहीं थोड़ी गल ਨਾ ਦਾ ਮਤਲਬ ਪੇਰੈਂट्स ਦੇ ना गल ये है कि ये ऑनरेबल हाई कोर्ट ने ऑर्डर दिता है, जो ਅਸੀਂ एफिडेविट दिता है, दैट इज द रिटन थिंग व्हिच वी हैव सबमिटेड टू द कोर्ट। बट एज फार एज fighting the case is concerned, I am telling you that the Honorable Advocate General of Punjab representing the government fought this case 4 times personally. He was personally present 4 times to fight this case. There were advocates from the parent side also fighting this case. But the Honorable High Court has given some order. We have to respect that order, and we have to take the due course of law कि साढ़े वास्ते law दे वास्ते की options available है, and the option available with us is to file a appeal in the on the double bench, and we are planning doing it. ਸਿੰਗਲਾ ਸਾਹਿਬ, ਦੇਸ਼ ਦੇ ਵਿੱਚ ਰਾਈਟ ਟੂ ਐਜੂਕੇਸ਼ਨ ਐਕਟ ਆ ਜਿਹੜਾ ਉਹ ਲਾਗੂ ਹੋਇਆ ਹੈ। ਕਿਆ ਇਹ ਆਪਾਂ ਪੰਜਾਬ ਵਿੱਚ ਕੋਈ ਅਜਿਹਾ ਰਾਜ ਆ ਜਿਹਦੇ ਵਿੱਚ ਕੋਈ ਵੀ ਪ੍ਰਾਈਵੇਟ ਜਿਹੜਾ ਸਕੂਲ ਆ ਉਹ ਰਾਈਟ ਟੂ ਐਜੂਕੇਸ਼ਨ ਐਕਟ ਨੂੰ ਨਹੀਂ ਮੰਨਦਾ? ਲੋਕਾਂ ਵਿੱਚ ਇਹ ਮੈਸੇਜ ਕਿਹਾ ਹੋਇਆ ਕਿ ਤੁਹਾਡਾ ਜਿਹੜਾ ਸਿੱਖਿਆ ਵਿਭਾਗ ਆ ਉਹ ਪ੍ਰਾਈਵੇਟ ਜਿਹੜੇ ਸਕੂਲਾਂ ਨਾਲ ਉਹਨਾਂ ਮਿਲਿਆ ਹੋਇਆ, ਉਹਦੀ ਮੇਰੀ ਭੁਗਤਾ ਜੀ। मैं थोड़ी तुसीं बिकॉज प्रेस कॉन्फ्रेंस सवाल पूछे है, पर मैं तो थोड़ा ये दस कि जिस दिन तो मैं सिक्ख्या महकमे की भी जिम्मेवारी मैनू मिली है, चाहे स्कूलों के वर्दियां ते किताबां नूं ऑनलाइन पोर्टल ते पाउण दी गल आई, उन्होंने वैबसाइट्स ते पाउण दी गल आई ताकि बच्चों नूं सस्तियां मिलन, ते चाहे अज करोना की गल आई तो प्राइवेट स्कूलों की फीस नूं डैफर करन दी गल लॉकडाउन 1 च 23 मार्च नूं चालू हुई, तो वह भी कांग्रेस पार्टी की सरकार ने कैप्टन अमरिंदर सिंह जी की रहनुमाई हेठ, उन्होंने मंजूरी हेठ विजेंद्र सिंगला जी ने मौके पर आके ग्राउंड पर मंजूर किया। तो किहड़े पासों तुसीं कह सकते हो कि मैं कोई प्राइवेट, अज जे मैं कोई आह वाले ऑर्डर की गल कर रहे हैं तो आई एम टॉकिंग फॉर द पीपल, आई एम टॉकिंग फॉर द पेरेंट्स एंड द चिल्ड्रन ऑफ द स्टूडेंट्स हु आर स्टडीइंग इन द प्राइवेट स्कूल्स। ਬਿਲਕੁਲ ਤੁਸੀਂ ਗਏ ਆ, ਤੁਸੀਂ ਜਿਹੜੇ ਡਰੈਸਾਂ ਵਾਲਾ ਕੰਮ ਵੀ ਕੀਤਾ, ਬਿਲਕੁਲ ਤੁਸੀਂ ਕੀਤਾ, ਪਰ ਰਾਈਟ ਟੂ ਐਜੂਕੇਸ਼ਨ ਐਕਟ ਪੰਜਾਬ 'ਚ ਲਾਗੂ ਕਿਉਂ ਨਹੀਂ? नहीं ये पहली गल तो जितना राइट टू एजुकेशन एक्ट की गल है,
ਅਸੀਂ ਸਾਰਿਆਂ ਨੇ ਪੰਜਾਬ ਵਿੱਚ ਰਾਈਟ ਟੂ ਐਜੂਕੇਸ਼ਨ ਐਕਟ ਨੂੰ ਲਾਗੂ ਕੀਤਾ ਹੋਇਆ ਹੈ ਔਰ ਬਹੁਤ ਸਾਰੇ ਪੈਰਾਮੀਟਰਸ ਉਹਦੇ ਫੋਲੋ ਹੋ ਰਹੇ ਹਨ। ਜੇ ਕੋਈ ਪੈਰਾਮੀਟਰਸ ਕੋਈ ਤੁਹਾਨੂੰ ਲੱਗਦਾ ਕੋਈ ਪ੍ਰਾਈਵੇਟ ਸਕੂਲ ਫੋਲੋ ਨਹੀਂ ਕਰ ਰਿਹਾ, ਯੂ ਬ੍ਰਿੰਗ ਇਟ ਟੂ ਅਸ ਐਂਡ ਵੀ ਵਿਲ ਇੰਪਲੀਮੈਂਟ ਇਟ। ਸਾਰੇ ਇਹਨਾਂ ਦਾ ਕੋਈ ਇੱਕ ਸਕੂਲ ਕੋਈ ਸਿੰਗਲ ਇੱਕ ਸਕੂਲ ਦਾ ਨਾਮ ਦੱਸ ਦਿਓ, ਤੁਸੀਂ ਦੱਸ ਦਿਓ। ਇੱਧਰ ਕ੍ਰਿਸ਼ਨ ਕੁਮਾਰ ਜੀ ਆਏ, ਕਿਸੇ ਇੱਕ ਸਕੂਲ ਦੇ ਵਿੱਚ ਪ੍ਰਾਈਵੇਟ ਕਿਸੇ ਇੱਕ ਸਕੂਲ ਦੇ ਕਿਸੇ ਇੱਕ ਵਿਦਿਆਰਥੀ ਨੂੰ ਦਾਖਲਾ ਦਿੱਤਾ ਹੋਵੇ ਜੀ ਕਿਸ ਗੱਲ ਦੇ ਵਿੱਚ? ਰਾਈਟ ਟੂ ਐਜੂਕੇਸ਼ਨ ਐਕਟ ਦੇ ਤਹਿਤ ਜੀ। ਐਨੀਵੇ, ਜੇ ਕੋਈ ਸਕੂਲ ਆਰਟੀਈ ਦੇ ਅਧੀਨ ਜੋ ਐਕਟ ਬਣਿਆ ਹੋਇਆ ਉਹਨੂੰ ਫੋਲੋ ਨਹੀਂ ਕਰ ਰਿਹਾ, that will be followed in the due course। ਤੁਸੀਂ you have brought it to my notice just now and I will take care। ਸਿੰਗਲਾ ਜੀ ਵਕੀਲ ਇਹ ਕਹਿ ਰਹੇ ਨੇ ਸਕੂਲਾਂ ਦੇ ਕਿ ਸਰਕਾਰ ਕੋਲ ਕੋਈ ਕਾਨੂੰਨੀ ਹੱਕ ਨਹੀਂ ਹੈ ਕਿ ਜ਼ਬਰਦਸਤੀ ਉਹਨਾਂ ਤੇ ਥੋਪਿਆ ਜਾਵੇ ਕਿ ਫੀਸਾਂ ਖਤਮ ਕਰੋ, ਫੀਸਾਂ ਘਟਾਓ, ਟੀਚਰਾਂ ਨੂੰ ਪੂਰੀਆਂ ਫੀਸਾਂ ਦਿਓ। ਇਹ ਵਕੀਲ ਉਹਨਾਂ ਦੇ ਕਹਿ ਰਹੇ ਨੇ। तो मैं इसे करके किया कि फी रेगुलेशन एक्ट की जो मैं गल की 8% की, मैं उसे जवाब ਦੇ ਵਿੱਚ ਤੁਹਾਨੂੰ ਕਿਹਾ ਕਿ ਇਸ ਹਾਈ ਕੋਰਟ ਦੇ ਵਿੱਚ ਸਾਡੀ ਇਸ ਗੱਲ ਤੇ ਵਿਕਟਰੀ ਹੋਈ ਹੈ ਕਿ ਅਗਰ ਸਾਨੂੰ ਹਾਈ ਕੋਰਟ ਨੇ ਕਹਿਤਾ ਕਿ ਜਿਹੜਾ 8% ਵਾਲਾ ਜਿਹੜਾ ਕਲੌਜ਼ ਸੀਗਾ ਉਹ ਇਸ ਸਾਲ ਐਪਲੀਕੇਬਲ ਨਹੀਂ ਹੋਊਗਾ ਕਿਉਂਕਿ ਪਿਛਲੇ ਸਾਲ ਦੀ ਜੋ ਫੀਸ ਹੈ ਉਸ ਦੇ ਆਧਾਰ ਦੇ ਉੱਪਰ ਹੀ ਫੀਸ ਚਾਰਜ ਹੋਊਗੀ। ਦੈਟਸ ਵਾਟ ਆਈ ਸੈਡ ਇਨ ਮਾਈ ਓਪਨਿੰਗ ਰਿਮਾਰਕ ਕਿ ਜਿਹੜੇ ਹਾਈ ਕੋਰਟ ਨੇ ਸਾਡੀ ਇਸ ਗੱਲ ਨੂੰ ਮੰਨਿਆ ਤੇ ਮੈਂ ਧੰਨਵਾਦ ਕਰਦਾ। ਸਿੰਗਲਾ ਸਾਹਿਬ ਆਨਲਾਈਨ ਕਲਾਸਿਸ ਦੀ ਤੁਸੀਂ ਗੱਲ ਕੀਤੀ ਹੈ, ਹੁਣ ਉਹ ਫੀਸ ਜਮ੍ਹਾਂ ਕਰਵਾਉਣ ਜਿਹੜੇ ਤੁਹਾਡੇ ਨੋਟੀਫਿਕੇਸ਼ਨ ਪਹਿਲੇ ਤੁਸੀਂ ਦਿੱਤੇ ਨੇ ਸਾਰੇ ਜਾਰੀ, ਜਿਹੜਾ ਤੁਸੀਂ ਆਪ ਹੀ ਜ਼ਿਕਰ ਕੀਤਾ ਹੈ, ਉਹਨਾਂ ਨੋਟੀਫਿਕੇਸ਼ਨ ਅੱਜ ਦੀ ਡੇਟ 'ਚ ਐਪਲੀਕੇਬਲ ਹੈਗੇ ਨੇ ਕਿਉਂਕਿ ਕੱਲ ਕੋਰਟ ਦਾ ਫੈਸਲਾ ਹੈ। ਕੱਲ ਖਰੇ ਕੋਰਟ ਦਾ ਰਾਤ ਫੈਸਲਾ ਆਇਆ ਹੈ ਤੇ ਮੈਨੂੰ ਲੱਗਦਾ ਕੱਲ ਜਾਂ ਪਰਸੋਂ ਤੱਕ ਅਸੀਂ ਆਪਣੀ ਡਬਲ ਬੈਂਚ ਦੇ ਉੱਪਰ ਅਪੀਲ ਫਾਈਲ ਕਰ ਦਾਂਗੇ ਐਂਡ we'll fight it out। we are all governed by the law in our country। ਸਰ ਸਿੰਗਲਾ ਸਾਹਿਬ ਤੁਸੀਂ ਆਨਲਾਈਨ ਕਲਾਸਿਸ ਦੀ ਗੱਲ ਕੀਤੀ, ਆਨਲਾਈਨ ਕਲਾਸਿਸ ਦੀ ਡੈਫੀਨੇਸ਼ਨ ਐਗਜ਼ੈਕਟਲੀ ਕੀ ਹੈ? ਕਿ ਹੋਮਵਰਕ ਮਿਲਣਾ ਆਨਲਾਈਨ ਕਲਾਸਿਸ ਦੇ ਵਿੱਚ ਆਉਂਦਾ ਹੈ ਜਾਂ ਕੋਈ ਕਲਾਸਿਸ ਪਾਰਟਿਕੂਲਰ ਲੱਗ ਰਹੀ ਹੈ, ਕੋਈ ਉਹਦੇ ਵਿੱਚ ਵੀਡੀਓ ਚੱਲ ਰਿਹਾ ਹੈ, ਉਹ ਕਲਾਸਿਸ ਹੈਗੀਆਂ? ਦੇਖੋ ਉਹਦੀ ਫੀਸ ਬੱਚਿਆਂ ਨੇ ਦੇਖੋ ਤੁਸੀਂ ਜਿਹੜੀ ਗੱਲ ਕੀਤੀ ਹੈ ਬੜੀ ਬਹੁਤ ਚੰਗੀ ਗੱਲ ਕੀਤੀ ਹੈ। ਇਹ ਕਿ ਓਨੈਸਟ ਫੀਡਬੈਕ ਹੁੰਦਾ ਹੈ। there is a relationship between the college management, school management, the teacher and the parent and the child। ਸੋ ਇਹ ਜਿਹੜੇ ਚਾਰ ਲੋਕ ਹੈ, ਇਹ ਚਾਰ ਸਟੇਕ ਹੋਲਡਰਸ ਹੈ, ਇਹਨਾਂ ਦਾ ਆਪਸ ਦੇ ਵਿੱਚ ਬੜਾ ਕੋਹੈਸਿਵ ਰਿਲੇਸ਼ਨਸ਼ਿਪ ਹੈ, ਆਪਸ 'ਚ ਬੜੇ ਨੇੜੇ ਇੱਕ ਦੂਜੇ ਦੇ, ਠੀਕ ਹੈ। ਤੇ ਜਦੋਂ ਅਸੀਂ ਆਨਲਾਈਨ ਕਲਾਸਿਸ ਦੀ ਗੱਲ ਕਹੀ, ਜੋ ਸਰਕਾਰ ਨੇ ਆਨਲਾਈਨ ਕਲਾਸਿਸ ਦਾ ਆਰਡਰ ਇਸ਼ੂ ਕੀਤਾ, ਉਹ ਇਸ ਕਰਕੇ ਕੀਤਾ ਕਿ that they will be honest and they will be charging such a fees because ਸਾਡੇ ਵਾਸਤੇ ਚਾਰੋਂ ਕੰਪੋਨੈਂਟ ਇੰਪੋਰਟੈਂਟ ਹੈ। ਜੇ ਸਾਡੇ ਪੰਜਾਬ ਦੇ ਲੋਕ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲ 'ਚ ਪੜ੍ਹਾਉਂਦੇ ਹੈ ਤੇ ਪ੍ਰਾਈਵੇਟ ਸਕੂਲ 'ਚ ਪੜ੍ਹਾ ਕੇ ਆਪਣੇ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਦੇਣ ਵਾਸਤੇ ਗੱਲ ਕਰਦੇ ਨੇ, they feel they want to put their children in a private school। ਤੇ ਅਗਰ ਸਰਕਾਰ ਨੇ ਕਿਹਾ ਕਿ ਆਨਲਾਈਨ ਐਜੂਕੇਸ਼ਨ ਦਿਓ ਤੇ ਤੁਸੀਂ ਟਿਊਸ਼ਨ ਫੀਸ ਚਾਰਜ ਕਰ ਸਕਦੇ ਹੋ, ਤੇ ਸਾਡਾ ਮਕਸਦ ਇਹ ਸੀ ਕਿ that they should be true to themselves because we don't want to infringe into the relationship which they all four hold amongst each other। ਉਹ ਚਾਰਾਂ ਦਾ ਆਪਸ ਦੇ ਵਿੱਚ ਵੀ ਆਪਣਾ ਇੱਕ ਬਹੁਤ ਚੰਗਾ ਤੇ ਨੇੜਲਾ ਰਿਸ਼ਤਾ ਹੁੰਦਾ ਹੈ। ਕੋਈ ਟੀਚਰ 2000 ਤੇ ਨੌਕਰੀ ਕਰਦਾ ਪ੍ਰਾਈਵੇਟ ਸਕੂਲ 'ਚ, ਉਹਨੂੰ 2000 ਰੁਪਇਆ ਸੂਟ ਕਰਦਾ, ਕਹਿੰਦਾ ਮੈਂ 4 ਘੰਟੇ ਕਰੂੰਗਾ, ਮੈਨੂੰ 2000 ਮਿਲ ਜੇ ਤੇ ਮੈਂ 2000 ਕੰਮ ਕਰਨ ਨੂੰ ਤਿਆਰ ਹਾਂ। ਪਰ 2000 ਕਿੱਥੇ ਦੇ ਵੇਜਿਸ ਹੈ ਜੀ? ਹੋ ਸਕਦਾ ਸ਼ਾਇਦ ਉਹ ਤੋਂ 10-7000 ਤੇ ਕਰਾ ਲੈਂਦੇ ਹੋ, ਠੀਕ ਹੈ। ਬਟ ਲੇਕਿਨ ਦੈਟਸ ਅ ਕੋਰਿਲੇਸ਼ਨ ਬਿਟਵੀਨ ਆਲ ਦ 4 ਸਟੇਕ ਹੋਲਡਰਸ। ਅਸੀਂ ਉਹ ਤੇ ਇਨਫ੍ਰਿੰਜ ਨਹੀਂ ਕਰਨਾ ਚਾਹੁੰਦੇ। ਸਾਨੂੰ ਸਿਰਫ ਇਹ ਗੱਲ ਸੀ ਕਿ ਜਿਹੜੇ ਬੱਚਿਆਂ ਦੀ ਆਨਲਾਈਨ ਐਜੂਕੇਸ਼ਨ ਹੋ ਰਹੀ ਹੈ, ਬਾਈ ਪ੍ਰੋਪਰ ਆਨਲਾਈਨ ਐਜੂਕੇਸ਼ਨ ਹੋ ਰਹੀ ਹੈ ਪ੍ਰਾਈਵੇਟ ਸਕੂਲਸ ਵੱਲੋਂ, ਉਹ ਸਿਰਫ ਟਿਊਸ਼ਨ ਫੀਸ ਚਾਰਜ ਕਰ ਸਕਦੇ ਆ। ਅਸੀਂ ਇੰਨੀ ਗੱਲ ਵੀ ਨੈਵਰ ਨਿਊ ਕਿ ਬੰਦਾ ਕੋਈ WhatsApp ਦੇ ਉੱਪਰ ਫੋਟੋ ਖਿੱਚ ਕੇ ਉਹਦਾ ਹੋਮਵਰਕ ਭੇਜ ਕੇ ਉਹਨੂੰ ਆਨਲਾਈਨ ਕਲਾਸ ਚਾਰਜ ਕਰੂਗਾ। Basically that's what I'm saying। ਇਹ ਗੱਲ, this is wrong on the part of people who are charging fees by sending homework on WhatsApp ਯਾਰ। ਅੱਛਾ, ਇਹਦਾ ਇੱਕ ਹੋਰ ਵੀ ਪਹਿਲੂ ਹੈ। ਜੇ ਆਹ ਵਾਲੀ ਗੱਲ ਪ੍ਰਾਈਵੇਟ ਸਕੂਲਾਂ ਨੇ ਕੀਤੀ ਤਾਂ ਅੱਜ ਤੁਸੀਂ ਦੇਖੋ ਸਰਕਾਰੀ ਸਕੂਲਾਂ ਦੇ ਵਿੱਚ ਹੋਰ ਵੀ ਬੜੇ ਫੈਕਟਰਸ ਹੈ ਕਿ ਸਾਡੇ ਐਨਰੋਲਮੈਂਟ ਵੱਧ ਰਹੀ ਹੈ ਤੇ ਸਾਡੀ ਆਨਲਾਈਨ ਕਲਾਸਿਸ ਚੱਲ ਰਹੀਆਂ। ਵੀ ਆਰ ਪ੍ਰੋਵਾਈਡਿੰਗ ਫ੍ਰੀ ਐਜੂਕੇਸ਼ਨ ਟੂ ਦ ਚਿਲਡਰਨ ਹੂ ਆਰ ਸਟੱਡੀਇੰਗ ਇਨ ਪ੍ਰਾਈਵੇਟ ਸਕੂਲ। ਤੇ ਇਸ ਕਰਕੇ ਸਾਡੇ ਜਿਹੜੀ ਐਨਰੋਲਮੈਂਟ ਹੈ 2.5 ਲੱਖ ਤੋਂ ਵੱਧ ਬੱਚਾ ਇਸ ਸਾਲ ਸਾਡੇ ਸਕੂਲਾਂ 'ਚ ਸਰਕਾਰੀ ਸਕੂਲਾਂ 'ਚ ਐਨਰੋਲ ਹੋ ਗਿਆ। ਤਾਂ ਜੇ ਸਪੋਜ਼ ਪ੍ਰਾਈਵੇਟ ਸਕੂਲਸ ਬੱਚਿਆਂ ਦੇ ਨਾਲ ਇਸ ਤਰੀਕੇ ਦੀ ਗੱਲ ਕਰਨਗੇ ਤਾਂ ਪ੍ਰਾਈਵੇਟ ਜਿਹੜੇ ਸਕੂਲਾਂ ਬੱਚਿਆਂ ਦੇ ਪੇਰੈਂਟਸ ਹੈ, ਦੇ ਹੈਵ ਅਦਰ ਆਪਸ਼ਨਸ ਆਲਸੋ ਅਵੇਲੇਬਲ ਯਾਰ। ਤੇ ਆਈ ਥਿੰਕ ਵੀ ਹੈਵ ਟੂ ਬੀ ਓਨੈਸਟ। ਐਜੂਕੇਸ਼ਨ ਇਜ਼ ਸੱਚ ਅ ਸੈਕਟਰ ਵਿਚ ਇਜ਼ ਅ ਸੈਕਟਰ ਇਨ ਵਿਚ ਵੀ ਹੈਵ ਟੂ ਪ੍ਰੋਵਾਈਡ ਸਰਵਿਸਿਜ਼। ਆਪਾਂ ਆਪਣੀ ਜ਼ਿੰਮੇਵਾਰੀ, ਆਪਾਂ ਦੀ ਇੱਕ ਸਮਾਜਿਕ ਜ਼ਿੰਮੇਵਾਰੀ ਵੀ ਹੁੰਦੀ ਹੈ ਕਿ ਅਸੀਂ ਆਪਣੇ ਕਿਸੇ ਪੰਜਾਬ ਦੇ ਬੱਚਿਆਂ ਦੀ ਜ਼ਿੰਦਗੀ ਨੂੰ ਟਰਾਂਸਫਾਰਮ ਕਰਨ ਵਾਸਤੇ ਆਪਾਂ ਕੋਈ ਕੰਮ ਕਰ ਰਹੇ ਹਾਂ। ਤਾਂ ਆਈ ਥਿੰਕ ਇਹ ਸਾਨੂੰ ਇਸ ਓਨੈਸਟੀ ਤੋਂ ਦੂਰ ਨਹੀਂ ਜਾਣਾ ਚਾਹੀਦਾ। ਤੇ ਅਸੀਂ ਵੀ ਐਜ਼ ਅ ਡਿਪਾਰਟਮੈਂਟ ਜਿਹੜੇ ਉਹ ਚਾਰਾਂ ਦਾ ਆਪਸ ਦੇ ਵਿੱਚ ਰਿਲੇਸ਼ਨ ਹੈ, ਅਸੀਂ ਵੀ ਉਹਦੇ 'ਚ ਇਨਫ੍ਰਿੰਜ ਨਹੀਂ ਕਰਨਾ ਚਾਹੁੰਦੇ ਬਿਕੋਜ਼ ਵੀ ਡੋਂਟ ਵਾਂਟ ਟੂ ਬ੍ਰੇਕ ਦੈਟ ਰਿਲੇਸ਼ਨਸ਼ਿਪ ਵਿਚ ਦੇ ਆਲ ਫੋਰ ਹੈਵ ਅਮੰਗਸਟ them। ਬਟ ਔਨ ਦੀ ਅਦਰ ਹੈਂਡ, ਜਿੱਥੇ ਕੋਈ ਬੰਦਿਆਂ ਨੇ 23 ਮਾਰਚ ਨੂੰ ਬੱਚਿਆਂ ਨੂੰ ਲੇਟ ਪੇਮੈਂਟ ਦੇ ਨੋਟਿਸ ਭੇਜਣੇ ਸ਼ੁਰੂ ਕਰਤੇ,
ਬਹੁਤ ਸਾਰੇ ਬੱਚਿਆਂ ਨੂੰ ਇਹ ਕਹਿ ਦਾਂਗੇ ਜੇ ਤੁਸੀਂ 31 ਮਾਰਚ ਤੋਂ ਪਹਿਲਾਂ ਫੀਸ ਨਾ ਦਿੱਤੀ ਤੁਹਾਡੇ 9 ਕੱਟ ਦਾਂਗੇ। ਤਾਂ ਇਸ ਕਰਕੇ ਸਰਕਾਰ ਨੇ ਪਹਿਲੇ ਲਾਕਡਾਊਨ ਦੇ ਵਾਲੇ ਦਿਨ ਬੱਚਿਆਂ ਦੇ ਇੰਟਰਸਟ 'ਚ, ਪੇਰੈਂਟਸ ਦੇ ਇੰਟਰਸਟ 'ਚ ਇਹ ਆਰਡਰ ਕੱਢਿਆ ਕਿ ਕੋਈ ਵੀ ਸਕੂਲ ਲੇਟ ਪੇਮੈਂਟ ਨਹੀਂ ਚਾਰਜ ਕਰੂਗਾ, ਕੋਈ ਵੀ ਬੱਚਾ ਨੂੰ ਫੀਸ ਨੂੰ ਡੈਫਰ ਰਹੂਗੀ, ਤੇ ਜਦੋਂ ਸਕੂਲ ਫਿਜ਼ੀਕਲੀ ਖੁੱਲਣਗੇ ਉਸ ਤੋਂ ਬਾਅਦ 1 ਮਹੀਨੇ ਦੇ ਅੰਦਰ ਅੰਦਰ ਉਹ ਆਪਣਾ ਪ੍ਰੋ ਰੇਟਾ ਬੇਸਿਸ ਦੇ ਉੱਪਰ ਆਪਣੇ ਫੀਸ ਨੂੰ ਰੀਸ਼ਡਿਊਲ ਕਰਕੇ ਲੋਕਾਂ ਤੱਕ ਪਹੁੰਚਾਉਣਗੇ। ਵੀ ਆਰ ਵੈਰੀ ਕਲੀਅਰ ਔਨ ਫਰਮ day 1 till today, ਔਰ ਅਸੀਂ ਇਸ ਗੱਲ ਨੂੰ ਮੈਂ ਖੁਦ ਮੋਨੀਟਰ ਕਰ ਰਿਹਾ, ਆਈ ਐਮ ਮੋਨੀਟਰਿੰਗ ਮਾਈ ਸੈਲਫ। ਮੈਂ ਜਿਹੜੇ ਬੱਚੇ ਨੂੰ ਪ੍ਰੋਬਲਮ ਆਉਂਦੀ ਹੈ, ਪੇਰੈਂਟਸ ਨੂੰ ਪ੍ਰੋਬਲਮ ਆਉਂਦੀ ਹੈ, we are trying to take a lenient view। ਅਸੀਂ ਨਹੀਂ ਚਾਹੁੰਦੇ, ਕਿਉਂਕਿ ਬਹੁਤ ਸਾਰੇ ਬੱਚੇ 10ਵੀਂ ਤੇ 12ਵੀਂ ਦੇ ਬੋਰਡਸ ਦੇ ਵਿੱਚ ਵੀ ਪੜ੍ਹਦੇ ਨੇ, ਤੇ ਸਾਡਾ ਉਹਨਾਂ ਦੇ ਉੱਪਰ ਵੀ ਸਾਡੀ ਜ਼ਿੰਮੇਵਾਰੀ ਹੈ। ਤਾਂ ਕਹਿਣ ਦਾ ਮੇਰਾ ਮਕਸਦ ਹੈ ਅਸੀਂ ਵੀ ਚਾਹੁੰਦੇ ਹਾਂ, ਅੱਜ ਕੋਰਟ ਦਾ ਵੀ ਆਰਡਰ ਆ ਗਿਆ, ਠੀਕ ਹੈ, ਤਾਂ ਉਸ ਕੋਰਟ ਦੇ ਆਰਡਰ ਨੂੰ ਓਨੈਸਟਲੀ ਅਗਰ ਇੰਪਲੀਮੈਂਟ ਕਰਨਾ ਉਹ ਵੀ ਸਕੂਲ ਦੀ ਜ਼ਿੰਮੇਵਾਰੀ ਹੈ, ਠੀਕ ਹੈ। ਸਾਡੇ ਕੋਲੇ ਐਪਲੈਂਟ ਅਥਾਰਟੀ ਕਰਕੇ ਡੀਓ ਕੋਲੇ ਪਾਵਰ ਹੈ। ਵੀ ਡੋਂਟ ਵਾਂਟ ਕਿ ਅਸੀਂ ਸਕੂਲ ਨੂੰ, ਕਿਉਂਕਿ ਮੈਂ ਜੇ ਪੰਜਾਬ 'ਚ 25,000 ਪ੍ਰਾਈਵੇਟ ਸਕੂਲ ਹੈ ਤਾਂ ਮੇਰੇ ਡੀਓ ਦਾ ਇਹ ਕੰਮ ਥੋੜੀ ਹੈ ਕਿ 25,000 ਪ੍ਰਾਈਵੇਟ ਸਕੂਲਾਂ ਦੇ ਉੱਪਰ ਡੰਡੇ ਮਾਰਨਾ ਸ਼ੁਰੂ ਕਰ ਦੇਈਏ। So my only point is, I would rather like to tell everybody through you people कि ਜਿਹੜਾ ਹਾਈ ਕੋਰਟ ਦਾ ਆਰਡਰ ਹੈ, ਅੱਜ ਅਸੀਂ ਐਜ਼ ਅ lawful citizen of the country we will file an appeal, ਤੇ ਪਰ ਲੇਕਿਨ ਜਿਹੜਾ ਹੁਣ ਤੱਕ ਦਾ ਆਰਡਰ ਹੈ ਉਹਨੂੰ ਆਰਡਰ ਨੂੰ ਉਸੇ ਤਰੀਕੇ ਨਾਲ ਇੰਪਲੀਮੈਂਟ ਕੀਤਾ ਜਾਵੇ ਜਿਹੜਾ ਹਾਈ ਕੋਰਟ ਨੇ ਆਰਡਰ ਹੁਣ ਤੱਕ ਕੱਢਿਆ, ਬਿਕੋਜ਼ ਵੀ ਹੈਵ ਟੂ ਰਿਸਪੈਕਟ ਦੀ ਆਰਡਰ ਆਫ ਦੀ ਆਨਰੇਬਲ ਹਾਈ ਕੋਰਟ। ਸਿਵਾ ਸਾਹਿਬ ਤੁਹਾਨੂੰ ਲੱਗਦਾ ਜੋ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਵਾਅਦਾ ਕੀਤਾ ਗਿਆ ਸੀ ਸਮਾਰਟਫੋਨ ਦੇਣ ਦਾ, ਜੇ ਉਹ ਵਾਅਦਾ ਅੱਜ ਪਹਿਲਾਂ ਪੂਰਾ ਹੋਇਆ ਹੁੰਦਾ ਤਾਂ ਜਿਹੜੇ ਵਿਦਿਆਰਥੀਆਂ ਨੂੰ ਅੱਜ ਆਨਲਾਈਨ ਕਲਾਸਿਸ ਲੈਣ ਦੇ ਵਿੱਚ ਪਰੇਸ਼ਾਨੀ ਆ ਰਹੀ ਹੈ ਉਹ ਪਰੇਸ਼ਾਨੀ ਨਹੀਂ ਆਣੀ ਸੀ। ਇਹ ਦੇਖੋ ਕੋਈ ਐਸੀ ਗੱਲ ਨਹੀਂ ਹੈ ਯਾਰ ਕਿ ਅਸੀਂ ਆਨਲਾਈਨ ਕਲਾਸਿਸ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਦੇ ਰਹੇ ਹਾਂ, ਤੇ ਵੀ ਆਰ ਇੰਪਾਰਟਿੰਗ ਆਨਲਾਈਨ ਐਜੂਕੇਸ਼ਨ, ਤੇ ਸਾਰੇ ਬੱਚਿਆਂ ਤੱਕ ਆਨਲਾਈਨ ਐਜੂਕੇਸ਼ਨ ਪਹੁੰਚ ਰਹੀ ਹੈ। ਤਾਂ ਤੁਹਾਨੂੰ ਵੀ ਪਤਾ ਕਿ ਆਪਣਾ ਜਿਹੜੇ ਸਮਾਰਟਫੋਨਸ ਅਸੀਂ ਦੇਣੇ ਸੀਗੇ, we had promised to give smartphones in our tenure, people have voted us, ਤੇ ਤੁਹਾਨੂੰ ਵੀ ਪਤਾ ਕਿ ਸਮਾਰਟਫੋਨ ਆਰਡਰ ਹੋ ਗਏ ਸੀ, they got delay। it is nothing that ਕਿ ਉਹਦਾ ਟੈਂਡਰ ਨਹੀਂ ਹੋਇਆ ਜਾਂ ਕੰਪਨੀਆਂ ਨੇ ਅਪਲਾਈ ਨਹੀਂ ਕੀਤਾ ਜਾਂ ਉਹ ਆਏ। ਅੱਜ ਅਸੀਂ ਦੂਰਦਰਸ਼ਨ ਵਰਗੇ ਚੈਨਲਸ ਨੂੰ ਅਸੀਂ ਆਨਲਾਈਨ ਕਲਾਸਿਸ ਚਲਾਉਣ ਵਾਸਤੇ ਅਸੀਂ ਯੂਜ਼ ਕਰ ਰਹੇ ਹਾਂ, ਤੇ ਸਾਰੇ ਲੋਕਾਂ ਵਾਸਤੇ ਜੇ ਹੁਣ ਦੂਰਦਰਸ਼ਨ ਦੇ ਉੱਪਰ ਕਲਾਸਿਸ ਚੱਲ ਰਹੀਆਂ ਤਾਂ ਐਵਰੀਬਡੀ ਕੈਨ ਗੈਟ ਬੈਨੀਫਿਟ ਆਊਟ ਆਫ ਇਟ। ਤੁਸੀਂ ਰੋਜ਼ ਆਪਣੇ ਚੈਨਲਸ ਦੇ ਉੱਪਰ ਦੇਖਦੇ ਹੋ ਵੱਖ-ਵੱਖ ਐਡਸ ਆਉਂਦੀਆਂ, ਬਾਈਜੂਸ ਐਡ, ਇਹ ਐਡ, ਇਹਦੀਆਂ ਕਲਾਸਿਸ, ਉਹਦੀਆਂ ਕਲਾਸਿਸ। ਤਾਂ ਵਾਈ ਪੀਪਲ देयर आर एजुकेशनिस्ट who are trying to run courses or their free courses on their WhatsApp। ਪਰ ਲੱਗਦਾ ਨਹੀਂ ਜੇ ਪ੍ਰਾਇੋਰਟੀ ਦੇ ਉੱਤੇ ਚੀਜ਼ ਹੋ ਜਾਂਦੀ ਤਾਂ ਸ਼ਾਇਦ ਬੈਨੀਫਿਟ ਹੁੰਦਾ। ਦੇਖੋ ਗੱਲ ਨਹੀਂ ਸਮਝੇ, देयर आर many promises which are made by the government or by the parties before they go into election, and there is a tenure of 5 years for every party to fulfill their promises, and I am committed as a worker of the Congress party and as a part of this government, I am committed that the Honorable Chief Minister Captain Amarinder Singh will fulfill each and every promise made before the 2017 elections by the people of Punjab। ਸਿੰਗਲਾ ਜੀ ਮੇਰੇ ਸਵਾਲ ਹੈ, ਸਿੰਗਲਾ ਜੀ ਤੁਸੀਂ ਕਿਹਾ ਕਿ ਸਰਕਾਰੀ ਸਕੂਲਾਂ ਚ ਬੱਚੇ ਇਹਨਾਂ ਦਾ ਲੈ ਲਈ ਸਵਾਲ, ਇਹ ਹੁਣੇ ਇਹ ਨਹੀਂ ਕੋਰਟ ਦਾ ਜਿਹੜਾ ਆਰਡਰ ਸੀ ਕਿ 2 ਪੁਆਇੰਟਸ ਤੇ ਜਿਹੜਾ ਹੈ ਉਹ ਹੱਕ ਦੀ ਹੈ, ਇਹ ਸਿਰਫ 2 ਪੁਆਇੰਟਸ ਤੇ ਜਾਊਂਗਾ, ਤੇ ਜਿਹੜੇ ਬਾਕੀ ਪੁਆਇੰਟ ਹੈ ਕੀ ਰਿਵਾਈਜ਼ਡ ਨੋਟੀਫਿਕੇਸ਼ਨ। ਮੈਂ ਇਹ ਕਿਹਾ ਕਿ ਜਿਹੜੀ ਅਸੀਂ ਚੀਜ਼ਾਂ ਰੇਜ਼ ਕੀਤੀਆਂ ਸੀਗੀਆਂ ਉਹਦੇ ਚੋਂ 5-7 ਚੀਜ਼ਾਂ ਦੇ ਉੱਪਰ ਆਰਡਰ ਕੋਰਟ ਨੇ ਸਾਡੇ ਦਿੱਤਾ ਹੈ, ਸਾਡੇ ਹੱਕ 'ਚ, ਮਤਲਬ ਲੋਕਾਂ ਦੇ ਹੱਕ। ਜਿਵੇਂ ਅਸੀਂ ਕਿਹਾ ਕਿ ਟੀਚਰ ਦੀ ਸੈਲਰੀ 100% ਹੋਣੀ ਚਾਹੀਦੀ ਹੈ, ਸੋ ਕੋਰਟ ਹੈਜ਼ ਅਗਰੀਡ ਟੂ ਦ 100% ਸੈਲਰੀ ਆਫ ਦ ਟੀਚਰਸ, ਠੀਕ ਹੈ। ਇਸੇ ਤਰੀਕੇ ਨਾਲ ਜਿਹੜੀਆਂ 5-6 ਚੀਜ਼ਾਂ ਮੈਂ ਬੋਲੀਆਂ ਪਹਿਲਾਂ, ਸੋ ਦੀ ਕੋਰਟ ਹੈਜ਼ ਅਗਰੀਡ ਚਾਹੇ ਬੱਚਿਆਂ ਨੂੰ ਬਾਹਰ ਨਹੀਂ ਕੱਢਣਾ, ਬੱਚਿਆਂ ਕੋਲੇ ਆਪਸ਼ਨ ਹੋਊਗੀ ਕਿ 1 ਮਹੀਨੇ ਦੀ ਫੀਸ ਦੇਣੀ ਹੈ ਕਿ 3 ਮਹੀਨੇ ਦੀ ਫੀਸ ਦੇਣੀ ਹੈ, ਸੋ ਦੇ ਵਿਲ ਹੈਵ ਦੈਟ ਆਪਸ਼ਨ। ਪਿਛਲੇ ਸਾਲ ਦੀ ਫੀਸ 8% ਤੋਂ ਇਸ ਸਾਲ ਵਾਧਾ ਨਾ ਕੀਤਾ ਜਾਵੇ। ਇੱਕ ਜਗ੍ਹਾ ਦੇ ਉੱਪਰ ਤਾਂ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਨੇ ਇਹ ਵੀ ਕਹਿਤਾ ਸੀ ਕਿ ਸਰਕਾਰ ਇਹ ਆਰਡਰ ਕੱਢਣ ਵਾਸਤੇ ਸક્ષਮ ਹੀ ਨਹੀਂ ਸੀ, तो हाई कोर्ट ने यह भी कहता कि सरकार इज कॉम्पिटेंट टू इशू सच ऑर्डर्स, तो ਅਸੀਂ ਉਹ ਵਾਲੇ ਆਰਡਰਸ ਵੀ ਇਸ਼ੂ ਕੀਤਾ। ਨਹੀਂ ਤਾਂ ਪ੍ਰਾਈਵੇਟ ਸਕੂਲ ਵਾਲਿਆਂ ਨੇ ਜਿਹੜੀ ਪਲੀਆ ਦਿੱਤੀ ਹਾਈ ਕੋਰਟ ਨੂੰ, ਉਹ ਚ ਇਹ ਕਹਿੰਦਾ ਸੀ ਕਿ ਸਰਕਾਰ 23 ਮਾਰਚ ਵਾਲਾ ਆਰਡਰ ਕੱਢ ਹੀ ਨਹੀਂ ਸਕਦੀ ਸੀ। ਸੋ ਇਸ ਕਰਕੇ ਵੀ ਆਰ ਥੈਂਕਫੁਲ ਕਿ ਜੋ ਕੋਰਟ ਨੇ ਕਰਤਾ, ਪਰ ਇਹਦੇ ਚ ਜੋ ਲਾਰਜਰ ਮੁੱਦੇ ਬੱਚਿਆਂ ਦੇ ਨਾਲ ਜੁੜੇ ਹੋਏ ਆ, ਬੱਚਿਆਂ ਦੀ ਫੀਸ ਨਾਲ ਜੁੜੇ ਹੋਏ ਆ, ਬੱਚਿਆਂ ਦੇ ਪੇਰੈਂਟਸ ਦੀ आर्थिक स्थिति ਨਾਲ जुड़े हुए हैं, वो वाले मुद्दों के ऊपर we are going to go for an appeal on the double bench। सर मैं इसी में ऐड ऑन कर दूं, चेदा आपने कहा कि कोर्ट ने आपको ऑर्डर दे दिए कि कहते हैं आप मतलब ऑर्डर निकाल सकते थे, यानी कि यू आर ऑथराइज, हाई कोर्ट ने उसको ऑथराइज कर दिया कि आप प्राइवेट स्कूल को ऊपर ऑर्डर आप जारी कर सकते हो। अब जो सर एक्चुअल तो यार वैसे सक्षम थे ऑर्डर इशू करने के, कर सकते थे, लेकिन अब मैं कह रहा हूं आपसे कि प्राइवेट स्कूल्स वालों ने अपनी पिटीशन के अंदर इस बात को भी हाई कोर्ट के अंदर दायर किया कि उसमें ये कहा कि जी ये सरकार तो ये ऑर्डर इशू नहीं कर सकती थी डेवलपमेंट ऑफ फीस का या ओनली ट्यूशन फीस का, तो हाई कोर्ट ने कहा कि सरकार ये ऑर्डर
जारी कर कोरोना सकती को है। देखते हुए नेशनल डिजास्टर मैनेजमेंट देखते हुए। एक्ट यहाँ पे एनफोर्स्ड है, उसको देखते हुए सरकार ये ऑर्डर्स को इशू कर सकती है। बिल्कुल सर, मैं इसी में मेरा ऐड ऑन है सर। जब उन्होंने एक्चुअल चार्जेस की बात कही है, तो क्या अब आप एक्चुअल चार्जेस को लेकर के एजुकेशन डिपार्टमेंट कोई लॉ या मतलब उनकी फिक्स करेगा? कोई नया नोटिफिकेशन? मैं आपसे क्या कह रहा हूँ, फर्स्ट वी आर गोइंग टू गो फॉर एन अपील, ठीक है ना, तो हमारे को अपील पे जाने दो ना पहले, तो हमारे अपील का फैसला होगा इन टाइम बाउंड मैनर ना। सर आपको तो हाई कोर्ट ने ऑथराइज कर ही दिया, जबकि आप चाहें तो अपने नियम बना सकते सी हो। बात ये है कि फर्स्ट वी आर evaluating the possibility, we are evaluating the high court order and then filing a appeal on the double bench, and otherwise मैंने तो पहले कहा है कि जो भी हाई कोर्ट का ऑर्डर आया है हम सब लोग उसको ईमानदारी से इंप्लीमेंट करेंगे, तो वो लोगों को तकलीफ, लोगों को देना पड़ेगा। That's what I said. ਸਰਕਾਰੀ ਸਕੂਲ ਦੇ ਕਿੰਨੇ ਕੁ ਬੱਚੇ ਵਧੇ ਨੇ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਬੱਚੇ ਵਧੇ ਨੇ? कोई एक आर्डर आप डिस्कस कर लांगे, बिकॉज दिस इज अ डिफरेंट। थैंक यू वेरी मच। अच्छा, ਹੁਣ ਸਾਰਿਆਂ ਨੇ